ਭੇਖੀ ਬ੍ਰਾਹਮਣ ਜਿਹੜੇ ਨੇ ਉਹਨਾਂ ਨੇ ਲੋਕਾਂ ਦੇ ਵਿੱਚੋਂ ਵੇਦਾਂ ਵਿਚਲਾ ਜਿਹੜਾ ਗਿਆਨ ਕਾਂਡ ਹੈ ਉਹਨੂੰ ਹੌਲੀ ਇਸ ਪੱਧਰ ਤੱਕ ਖਿਸਕਾ ਦਿੱਤਾ, ਉਹਨਾਂ ਤੋਂ ਵਾਂਝਾ ਕਰ ਦਿੱਤਾ ਕਿ ਲੋਕ ਜਿਹੜੇ ਆ ਉਹ ਆਮ ਜਨਤਾ ਸ਼ਾਰਟਕਟਸ ਵਿੱਚ ਹੀ ਉਲਝ ਕੇ ਰਹਿ ਗਈ। ਜਿਹੜੇ ਆਮ ਜਨਤਾ ਸੀ ਉਹ ਹਰ ਇੱਕ ਇੰਟਰਪ੍ਰੀਟੇਸ਼ਨ ਵਾਸਤੇ ਬ੍ਰਾਹਮਣ ਉੱਤੇ ਡਿਪੈਂਡ ਕਰਨ ਲੱਗ ਗਈ। ਜੋ ਬ੍ਰਾਹਮਣ ਦੀ ਇੰਟਰਪ੍ਰੀਟੇਸ਼ਨ ਸੀ ਉਹਨੂੰ ਹੀ ਉਹ ਸਹੀ ਸਮਝ ਕੇ ਅੱਗੇ ਚੱਲਣਾ ਸ਼ੁਰੂ ਹੋ ਗਏ। ਗ੍ਰੰਥਾਂ ਦੇ ਵਿੱਚ ਆਪਣੀ ਲੋੜ ਮੁਤਾਬਕ ਉਹਨਾਂ ਨੇ ਹਰ ਤਰੀਕੇ ਦੀ ਜਿਹੜੀ ਹੈ ਮਿਲਾਵਟ ਵੀ ਪਾਈ। ਬ੍ਰਾਹਮਣ ਦੇ ਹੱਥ ਸਾਰਾ ਕੁਝ ਹੈ, ਬ੍ਰਾਹਮਣ ਦੇ ਹੱਥ ਪਾਵਰ ਹੈ, ਬ੍ਰਾਹਮਣ ਦੇ ਹੱਥ ਹੀ ਇੰਟਰਪ੍ਰੀਟੇਸ਼ਨ ਹੈ। ਜਦੋਂ ਬ੍ਰਾਹਮਣ ਇੰਟਰਪ੍ਰੀਟ ਕਰਦਾ ਗਿਆ ਲੋਕ ਉਹਦੇ ਪਿੱਛੇ ਅੱਖਾਂ ਬੰਦ ਕਰਕੇ ਚੱਲਦੇ ਗਏ। ਇੱਥੋਂ ਤੱਕ ਕਿ ਉਹ ਰਾਜਿਆਂ ਦੀ ਗੱਦੀ ਦਾ ਫੈਸਲਾ ਵੀ ਆਪ ਕਰਨ ਲੱਗ ਗਏ। ਹੁਣ ਜਦੋਂ ਕੋਈ ਇੰਨਾ ਜ਼ਿਆਦਾ ਪਾਵਰਫੁਲ ਹੋ ਜਾਊਗਾ ਤੇ ਉਹਦੇ ਖਿਲਾਫ ਬੋਲਣਾ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਭੇਖੀ ਬ੍ਰਾਹਮਣ, ਇੱਥੇ ਭੇਖੀ ਵਰਡ ਲਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਬ੍ਰਾਹਮਣ ਕਹਿ ਕੇ ਮੈਂ ਸਾਰਾ ਕੁਝ ਜੈਨੂਅਲਾਈਜ਼ ਨਹੀਂ ਕਰਨਾ ਚਾਹੁੰਦੀ। ਬਹੁਤ ਸਾਰੇ ਬ੍ਰਾਹਮਣ ਅੱਜ ਵੀ ਐਸੇ ਆ ਜਿਹੜੇ ਆਪਣੇ ਧਰਮ ਨੂੰ ਸਮਝਦੇ ਆ, ਜਿਹੜੇ ਆਪਣੇ ਧਰਮ ਨੂੰ ਦੇਖਦੇ ਆ, ਉਹਦੇ ਬਾਰੇ ਸੋਚਦੇ ਆ ਔਰ ਫਿਰ ਅੱਗੇ ਗੱਲ ਕਰਦੇ ਆ। ਇਸ ਕਰਕੇ ਭੇਖੀ ਵਰਡ ਲਾਉਣਾ ਬਹੁਤ ਜ਼ਰੂਰੀ ਆ। ਹਾਂ, ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਕੋਈ ਸੁਣੇ ਜਾਂ ਨਾ ਸੁਣੇ, ਉਹਨਾਂ ਦੀ ਕੋਈ ਸਮਝੇ ਜਾਂ ਨਾ ਸਮਝੇ, ਕਿਉਂਕਿ ਅਕਸਰ ਜਿਹੜੀ ਹੈ ਨਾ ਝੂਠ ਦੀ ਦੁਕਾਨਦਾਰੀ ਛੇਤੀ ਚੱਲ ਜਾਂਦੀ ਹੈ, ਸੱਚ ਨੂੰ ਥੋੜ੍ਹਾ ਜੂਝਣਾ ਪੈਂਦਾ। ਝੂਠ ਉੱਤੇ ਵਿਸ਼ਵਾਸ ਕਰਨਾ ਸੌਖਾ ਹੁੰਦਾ ਸੱਚ ਦੀ ਬਜਾਏ। ਸੋ ਇਸ ਕਰਕੇ ਉਹਨਾਂ ਨੂੰ ਉਹ ਜਿਹੜੇ ਸਹੀ ਆਪਣੇ ਧਰਮ ਦੇ ਪ੍ਰਤੀ ਪੱਕੇ ਨੇ ਉਹਨਾਂ ਬ੍ਰਾਹਮਣਾਂ ਨੂੰ ਵੀ ਵਿਚਾਰਿਆਂ ਨੂੰ ਭੇਖੀ ਬ੍ਰਾਹਮਣਾਂ ਦੇ ਨਾਲ ਹੀ ਰਲਾ ਦਿੱਤਾ ਜਾਂਦਾ ਕਿਉਂਕਿ ਭੇਖੀਆਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਹੈ। ਭੇਖੀ ਬ੍ਰਾਹਮਣ ਜਿਹੜੇ ਨੇ ਉਹਨਾਂ ਨੇ ਲੋਕਾਂ ਦੇ ਵਿੱਚੋਂ ਵੇਦਾਂ ਵਿਚਲਾ ਜਿਹੜਾ ਗਿਆਨ ਕਾਂਡ ਹੈ ਉਹਨੂੰ ਹੌਲੀ ਇਸ ਪੱਧਰ ਤੱਕ ਖਿਸਕਾ ਦਿੱਤਾ, ਉਹਨਾਂ ਤੋਂ ਵਾਂਝਾ ਕਰ ਦਿੱਤਾ ਕਿ ਲੋਕ ਜਿਹੜੇ ਆ ਉਹ ਆਮ ਜਨਤਾ ਸ਼ਾਰਟਕਟਸ ਵਿੱਚ ਹੀ ਉਲਝ ਕੇ ਰਹਿ ਗਈ। ਆਮ ਜਨਤਾ ਨੇ ਇਹ ਸੋਚਿਆ ਕਿ ਮੈਂ ਜੋ ਪੰਡਿਤ ਜੀ ਕਹਿ ਰਹੇ ਬਸ ਉਹੀ ਠੀਕ ਆ, ਉਹਨਾਂ ਵਿੱਚ ਹੀ ਉਲਝੇ ਰਹਿ ਗਏ। ਸੰਸਕ੍ਰਿਤ ਨੂੰ ਉਹਨਾਂ ਲੋਕਾਂ ਨੇ ਤਿਆਗ ਦਿੱਤਾ, ਸੰਸਕ੍ਰਿਤ ਉਹਨਾਂ ਤੋਂ ਦੂਰ ਹੁੰਦੀ ਗਈ। ਵੈਸੇ ਹੀ ਸੰਸਕ੍ਰਿਤ ਜਿਹੜੀ ਆ ਉਹ ਇੱਕ ਖਾਸ ਵਰਗ ਦੀ ਭਾਸ਼ਾ ਬਣ ਕੇ ਰਹਿ ਗਈ, ਇੱਕ ਖਾਸ ਬ੍ਰਾਹਮਣ ਜਾਤੀ ਦੀ ਜਿਹੜੀ ਆ ਉਹ ਭਾਸ਼ਾ ਬਣ ਕੇ ਰਹਿ ਗਈ, ਬਾਕੀ ਲੋਕਾਂ ਦੀ ਭਾਸ਼ਾ ਪ੍ਰਕ੍ਰਿਤ ਹੋ ਗਈ। ਸੋ ਜਿਹੜੇ ਆਮ ਜਨਤਾ ਸੀ ਉਹ ਹਰ ਇੱਕ ਇੰਟਰਪ੍ਰੀਟੇਸ਼ਨ ਵਾਸਤੇ ਬ੍ਰਾਹਮਣ ਉੱਤੇ ਡਿਪੈਂਡ ਕਰਨ ਲੱਗ ਗਈ। ਜੋ ਬ੍ਰਾਹਮਣ ਦੀ ਇੰਟਰਪ੍ਰੀਟੇਸ਼ਨ ਸੀ ਉਹਨੂੰ ਹੀ ਉਹ ਸਹੀ ਸਮਝ ਕੇ ਅੱਗੇ ਚੱਲਣਾ ਸ਼ੁਰੂ ਹੋ ਗਏ। ਲੋਕਾਂ ਨੂੰ ਬਹੁਤ ਚਿਰ ਜਿਹੜਾ ਇਹ ਭੇਖੀ ਬ੍ਰਾਹਮਣ ਆ ਉਹ ਗੁੰਮਰਾਹ ਕਰਦਾ ਰਿਹਾ। ਗ੍ਰੰਥਾਂ ਦੇ ਵਿੱਚ ਆਪਣੀ ਲੋੜ ਮੁਤਾਬਕ ਉਹਨਾਂ ਨੇ ਹਰ ਤਰੀਕੇ ਦੀ ਜਿਹੜੀ ਆ ਮਿਲਾਵਟ ਵੀ ਪਾਈ। ਇਹਦੇ ਵਿੱਚ ਨਾ ਬਹੁਤ ਵੱਡੀ ਗੱਲ ਜਿਹੜੀ ਵਰਨ ਜਾਂ ਜਾਤੀ ਵੰਡ ਦੀ ਆਉਂਦੀ ਆ ਉਹ ਵੀ ਇਹਦੇ ਵਿੱਚ ਹੀ ਆ ਜਾਏਗੀ। ਜਿਹੜੀ ਜਾਤੀ ਪ੍ਰਥਾ ਜੋ ਚੱਲਦੀ ਆ ਉਹਦੇ ਵਿੱਚ ਜਦੋਂ ਇਹ ਸ਼ੁਰੂ ਹੋਈ ਸੀ ਨਾ ਤਾਂ ਬਕਾਇਦਾ ਇਹਦੇ ਜਿਹੜੇ ਨਾਮ ਰੱਖੇ ਗਏ ਸੀ ਉਹ ਕੰਮਾਂ ਦੇ ਆਧਾਰ ਦੇ ਉੱਤੇ ਰੱਖੇ ਗਏ ਸੀ, ਪਰ ਉਹਦੇ ਵਿੱਚ ਇਹ ਕਦੀ ਵੀ ਨਹੀਂ ਸੀ ਕਿ ਬ੍ਰਾਹਮਣ ਦਾ ਬੇਟਾ ਬ੍ਰਾਹਮਣ ਹੋਊਗਾ। ਖੈਰ, ਜਦੋਂ ਆਪਾਂ ਅੱਗੇ ਆਉਂਦੇ ਹਾਂ ਤਾਂ ਹੁਣ ਕਿਉਂਕਿ ਬ੍ਰਾਹਮਣ ਦੇ ਹੱਥ ਸਾਰਾ ਕੁਝ ਹੈ, ਬ੍ਰਾਹਮਣ ਦੇ ਹੱਥ ਪਾਵਰ ਹੈ, ਬ੍ਰਾਹਮਣ ਦੇ ਹੱਥ ਹੀ ਇੰਟਰਪ੍ਰੀਟੇਸ਼ਨ ਹੈ, ਤਾਂ ਉਹਨੇ ਆਪਣੇ ਅਕੋਰਡਿੰਗ ਉਹਨੇ ਸੋਚਿਆ ਕਿ ਜੇ ਕੱਲ੍ਹ ਨੂੰ ਮੇਰਾ ਬੇਟਾ ਸੰਸਕ੍ਰਿਤ ਨਹੀਂ ਪੜ੍ਹ ਸਕਿਆ ਜਾਂ ਵੇਦ ਨਹੀਂ ਪੜ੍ਹ ਸਕਿਆ, ਵੇਦਾਂ ਦੀ ਨੌਲੇਜ ਨਹੀਂ ਲੈ ਸਕਿਆ, ਤਾਂ ਉਹ ਤਾਂ ਫਿਰ ਉਹਨੂੰ ਤਾਂ ਕੋਈ ਹੋਰ ਕੰਮ ਕਰਨਾ ਪਊਗਾ। ਹੁਣ ਜੇ ਉਹਨੂੰ ਹੋਰ ਕੰਮ ਕਰਨਾ ਪੈਂਦਾ ਹੈ ਤੇ ਜਾਂ ਹੁਣ ਸਰੀਰ ਪੱਖੋਂ ਇੰਨੇ ਮਜ਼ਬੂਤ ਨਹੀਂ ਕਿ ਛਤਰੀਏ ਬਣ ਜਾਣ, ਜ਼ਮੀਨ ਨਹੀਂ ਕਿ ਵੈਸ਼ ਬਣ ਜਾਣ, ਤਾਂ ਫਿਰ ਬਣੂਗਾ ਕੀ? ਸ਼ੂਦਰ। ਫਿਰ ਉਹਨੇ ਉਸ ਟਾਈਮ ਦੇ ਉੱਤੇ ਇਹ ਚੀਜ਼ਾਂ ਘੜਨੀਆਂ ਸ਼ੁਰੂ ਕੀਤੀਆਂ ਕਿ ਬ੍ਰਾਹਮਣ ਕਾ ਬੇਟਾ ਬ੍ਰਾਹਮਣ, ਸ਼ੂਦਰ ਕਾ ਬੇਟਾ ਸ਼ੂਦਰ, ਉਦੋਂ ਘੜਨੀਆਂ ਸ਼ੁਰੂ ਕੀਤੀਆਂ। ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਿਹੜਾ ਸ਼ੂਦਰ ਹੈ, ਕਿਉਂਕਿ ਅਦਰਵਾਈਜ਼ ਤਾਂ ਇਹ ਉਹਨਾਂ ਕੋਲੇ ਖੁੱਲ੍ਹ ਸੀਗੀ ਕਿ ਸ਼ੂਦਰ ਜਿਹੜਾ ਆ ਉਹ ਵੀ ਆਪਣੇ ਗ੍ਰੰਥ ਵੇਦ ਦਾ ਪਾਠ ਕਰਕੇ ਜਾਂ ਉਹਦੇ ਬਾਰੇ ਗਿਆਨ ਲੈ ਕੇ, ਗਿਆਨ ਕਾਂਡ ਦੇ ਉੱਤੇ ਧਿਆਨ ਧਰ ਕੇ, ਗਿਆਨ ਲੈ ਕੇ ਉਹ ਵੀ ਬ੍ਰਾਹਮਣ ਬਣ ਸਕਦਾ ਆ। ਪਰ ਹੁਣ ਉਹਨਾਂ ਨੇ ਉਹਨੂੰ ਮਾਈਨਸ ਕਰਨ ਲਈ ਇਹ ਕਹਿ ਦਿੱਤਾ ਕਿ ਸ਼ੂਦਰ ਨੂੰ ਗਿਆਨ ਦਾ ਕੋਈ ਹੈ ਹੀ ਨਹੀਂ, ਉਹ ਗਿਆਨ ਲੈ ਹੀ ਨਹੀਂ ਸਕਦਾ, ਉਹਨੂੰ ਸੁਸਾਇਟੀ ਦੇ ਉਸ ਢਾਂਚੇ 'ਚੋਂ ਹੀ ਬਾਹਰ ਕੱਢ ਦਿੱਤਾ। ਸੋ ਇਹ ਜਿਹੜੀ ਸਾਰੀ ਇੰਟਰਪ੍ਰੀਟੇਸ਼ਨ ਹੋਈ ਨਾ, ਇਹ ਬੇਸਿਕਲੀ ਆਪਾਂ ਪਿਛਲੀ ਐਪੀਸੋਡ ਦੇ ਵਿੱਚ ਮੈਂ ਕਰ ਚੁੱਕੀ ਹਾਂ, ਸਿਰਫ ਇੱਕ ਸੰਖੇਪ ਵਿੱਚ ਤੁਹਾਨੂੰ ਇੱਕ ਸਮਰਾਈਜ਼ ਕਰ ਰਹੀ ਹਾਂ ਕਿ ਇਹ ਸਾਰਾ ਕੁਝ ਜੋ ਵੀ ਉਹਨਾਂ ਨੇ ਕੀਤਾ ਸਿਰਫ ਇਸ ਕਰਕੇ ਹੋ ਗਿਆ ਕਿਉਂਕਿ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਬ੍ਰਾਹਮਣ ਦੇ ਆਪਣੇ ਹੱਥ ਵਿੱਚ ਆ ਗਈ। ਹੁਣ ਇਸ ਦੇ ਪਿੱਛੇ ਲੋਕ ਜਦੋਂ ਬ੍ਰਾਹਮਣ ਇੰਟਰਪ੍ਰੀਟ ਕਰਦਾ ਗਿਆ, ਲੋਕ ਉਹਦੇ ਪਿੱਛੇ ਅੱਖਾਂ ਬੰਦ ਕਰਕੇ ਚੱਲਦੇ ਗਏ। ਹੁਣ ਸਵਾਲ ਇੱਥੇ ਸਮਝਣ ਵਾਲੀ ਗੱਲ ਤਾਂ ਇਹ ਆਉਂਦੀ ਆ ਕਿ ਬ੍ਰਾਹਮਣ ਚਲਾਕ ਹੈ, ਉਹ ਗੱਲ ਠੀਕ ਹੈ, ਪਰ ਆਪਾਂ ਇਹ ਸਮਝੀਏ ਕਿ ਜਿਹੜੇ ਉਹ ਲੋਕ ਸੀ, ਉਹ ਲੋਕ ਕੀ ਸੀ? ਕਿ ਉਹ ਲੋਕ ਬੇਵਕੂਫ ਸੀ ਜਾਂ ਉਹ ਲੋਕ ਅਵੇਸਲੇ ਸੀ
ਜਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਆ ਉਹ ਇੰਨੀ ਬੁੱਧੀ ਨਹੀਂ ਸੀ, ਜਾਂ ਉਹ ਭੋਲੇ ਭਾਲੇ ਲੋਕ। ਹੁਣ ਆਪਾਂ ਇਹ ਦੇਖਦੇ ਹਾਂ ਕਿ ਉਹ ਲੋਕ ਕਿਹੋ ਜਿਹੇ ਸੀ। ਬ੍ਰਾਹਮਣ ਨੂੰ ਆਪਾਂ ਬੜੀ ਆਸਾਨੀ ਦੇ ਨਾਲ ਇੱਕ ਜਿਹੜਾ ਕਲਪਰੇਟ ਹੈ, ਜਿਹੜਾ ਇੱਕ ਪਾਪੀ ਆ, ਉਸ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਕਿ ਉਹਨੇ ਇਹ ਸਾਰਾ ਕੁਝ ਕੀਤਾ। ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬ੍ਰਾਹਮਣ ਨੇ ਚਲਾਕੀ ਕੀਤੀ, ਪਰ ਕੀ ਉਹਨਾਂ ਲੋਕਾਂ ਨੇ ਕੀ ਕੀਤਾ ਉਹ ਸਮਝਣਾ ਬਹੁਤ ਜ਼ਰੂਰੀ ਹੈ। ਸ਼ੁਰੂਆਤ ਉਹਨਾਂ ਦੀ ਵੀ ਚਲਾਕੀ ਤੋਂ ਹੁੰਦੀ ਹੈ। ਦੇਖੋ, ਜਦੋਂ ਤੁਸੀਂ ਕੋਈ ਚੀਜ਼ ਵੱਲ, ਜਦੋਂ ਤੁਸੀਂ ਉਹਦੇ ਉੱਤੇ ਟਾਈਮ ਦਿਓਗੇ, ਤੁਹਾਨੂੰ ਅਗਰ ਵੇਦਾਂ ਦਾ ਗਿਆਨ ਕਾਂਡ ਵੱਲ ਧਿਆਨ ਦੇਣਾ ਤਾਂ ਤੁਹਾਨੂੰ ਵੇਦ ਪੜ੍ਹਨੇ ਪੈਣਗੇ। ਹੁਣ ਕਿਹੜਾ ਪੜ੍ਹੇ? ਆਪਾਂ ਵੀ ਐਵੇਂ ਹੀ ਕਰਦੇ ਹਾਂ ਕਿ ਮੇਰੇ ਕੋਲ ਪੜ੍ਹਿਆ ਨਹੀਂ ਜਾਂਦਾ, ਮੈਂ ਕਿਤਾਬਾਂ ਨਹੀਂ ਪੜ੍ਹ ਸਕਦਾ, ਐਂ ਕਰ ਤੂੰ ਪੜ੍ਹ ਕੇ ਮੈਨੂੰ ਦੱਸਦੀ, ਜੋ ਤੇਰੇ ਪੱਲੇ ਪੈਂਦਾ ਉਹ ਮੈਨੂੰ ਦੱਸਦੀ। ਹੁਣ ਜੋ ਮੇਰੇ ਪੱਲੇ ਪੈਂਦਾ ਜੇ ਮੈਂ ਤੁਹਾਨੂੰ ਉਹ ਦੱਸੂਗੀ ਤਾਂ ਉਹ ਮੇਰੀ ਇੰਟਰਪ੍ਰੀਟੇਸ਼ਨ ਆ, ਉਹ ਤੁਹਾਡੀ ਇੰਟਰਪ੍ਰੀਟੇਸ਼ਨ ਨਹੀਂ ਆ। ਪਰ ਤੁਸੀਂ ਮੈਨੂੰ ਇਹ ਹੱਕ ਦਿੱਤਾ ਕਿ ਜੋ ਤੇਰੇ ਪੱਲੇ ਪੈਂਦਾ ਉਹ ਮੈਨੂੰ ਦੱਸਦੀ। ਫਿਰ ਤੁਸੀਂ ਮੈਨੂੰ ਕਲਪਰੇਟ ਔਰ ਖੁਦ ਨੂੰ ਵਿਕਟਿਮ ਨਹੀਂ ਕਹਿ ਸਕਦੇ, ਕਿਉਂਕਿ ਮੈਂ ਤੁਹਾਨੂੰ ਜਾਣਬੁੱਝ ਕੇ ਤੁਹਾਡੇ ਉੱਤੇ ਕੁਝ ਵੀ ਲੱਦਿਆ ਨਹੀਂ ਆ। ਬਿਲਕੁਲ ਇਸੇ ਤਰੀਕੇ ਨਾਲ ਉਹਨਾਂ ਲੋਕਾਂ ਨੇ ਪਹਿਲਾਂ ਬੜੀ ਚਲਾਕੀ ਨਾਲ ਹੀ, ਮੈਂ ਇੱਥੇ ਬ੍ਰਾਹਮਣ ਨੂੰ ਬਿਲਕੁਲ ਵੀ ਕਲੀਨ ਚਿੱਟ ਨਹੀਂ ਦੇ ਰਹੀ, ਇਹ ਨਹੀਂ ਸੋਚ ਲੈਣਾ ਕਿ ਸ਼ਾਇਦ ਉਹਨਾਂ ਨੂੰ ਮੈਂ ਕਲੀਨ ਚਿੱਟ ਦੇ ਦਿੱਤੀ, ਨਹੀਂ। ਪਰ ਲੋਕਾਂ ਨੇ, ਜਿਨ੍ਹਾਂ ਨੇ ਉਹਨਾਂ ਦੇ ਪਿੱਛੇ ਲੱਗੇ, ਉਹ ਵੀ ਤਾਂ ਪਹਿਲਾਂ ਸ਼ਾਰਟਕਟ ਉਹਨਾਂ ਨੇ ਆਪ ਅਪਣਾਏ ਨਾ। ਚਾਹੇ ਤੁਸੀਂ ਅਗਰ ਨਾਸਤਕ ਹੋ ਤਾਂ ਤੁਹਾਨੂੰ ਰਿਲੈਕਸ ਕਰਨ ਵਾਸਤੇ ਬੈਠਣਾ ਹੈ, ਤੁਸੀਂ ਆਸਤਕ ਹੋ ਤੁਹਾਨੂੰ ਪਰਮਾਤਮਾ ਨੂੰ ਪਾਉਣ ਲਈ ਬੈਠਣਾ ਹੈ, ਤੁਸੀਂ ਸਕਾਲਰ ਹੋ ਤੁਹਾਨੂੰ ਪੜ੍ਹਨ ਲਈ ਬੈਠਣਾ ਹੈ, ਪਰ ਤੁਹਾਨੂੰ ਸਿਟਿੰਗ ਦੇਣੀ ਹੀ ਪੈਣੀ ਹੈ। ਦੈਟ ਇਜ਼ ਫॉर ਸ਼ੋਰ। ਤੁਸੀਂ ਕੋਈ ਵੀ ਕੰਮ ਤੁਰੇ ਫਿਰਦੇ ਨਹੀਂ ਕਰ ਸਕਦੇ। ਤੁਸੀਂ ਕੋਈ ਵੀ ਕੰਮ, ਜਿਹੜਾ ਵੀ ਕੰਮ ਤੁਹਾਨੂੰ ਕਰਨਾ, ਤੁਹਾਨੂੰ ਉਹਦੇ ਵਾਸਤੇ ਫੋਕਸ ਰੱਖਣਾ ਜ਼ਰੂਰੀ ਹੋਊਗਾ। ਹੁਣ ਬ੍ਰਾਹਮਣ ਕੋਲੇ ਖੁੱਲ੍ਹ ਹੈ, ਤੁਸੀਂ ਪਹਿਲਾਂ ਚਲਾਕੀ ਨਾਲ ਸ਼ੁਰੂ ਕੀਤਾ, ਉਸ ਤੋਂ ਬਾਅਦ ਬ੍ਰਾਹਮਣ ਜੋ ਇੰਟਰਪ੍ਰੀਟੇਸ਼ਨ ਦਿੰਦਾ ਗਿਆ ਤੁਸੀਂ ਉਹ ਮੰਨਦੇ ਗਏ, ਕਿਉਂਕਿ ਤੁਸੀਂ ਆਪ ਉਹਨੂੰ ਕਿਹਾ ਕਿ ਦੇ ਦੇ। ਹੁਣ ਹੌਲੀ ਹੌਲੀ ਕਰਦੇ ਕਰਦੇ ਇੱਕ ਐਸਾ ਸਮਾਂ ਆ ਗਿਆ ਜਦੋਂ ਕੁਝ ਪੀੜ੍ਹੀਆਂ ਨਿਕਲ ਗਈਆਂ, ਕੁਝ ਪੀੜ੍ਹੀਆਂ ਦੇ ਜਾਣ ਦੇ ਬਾਅਦ ਉਹ ਚੀਜ਼ਾਂ ਜੜ ਹੋਣੀਆਂ ਸ਼ੁਰੂ ਹੋ ਗਈਆਂ। ਜੋ ਕਦੀ ਬ੍ਰਾਹਮਣ ਨੇ ਆਪਣੇ ਵਾਸਤੇ ਕੁਝ ਰੂਲਸ ਬਣਾ ਲਏ ਸੀ, ਹੁਣ ਉਹ ਸੁਸਾਇਟੀ ਦਾ ਇੱਕ ਹਿੱਸਾ ਬਣ ਗਏ, ਉਹ ਸੁਸਾਇਟਲ ਸਟਰਕਚਰ ਦਾ ਇੱਕ ਹਿੱਸਾ ਬਣ ਗਏ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਬਣ ਗਏ। ਹੁਣ ਜਿਹੜੇ ਉਹ ਲੋਕ ਹੈ ਹੁਣ ਅਵੇਸਲੇ ਹੋ ਗਏ ਕਿ ਚਲੋ ਠੀਕ ਹੈ, ਜੋ ਹੈਗਾ, ਸਾਡਾ ਕੰਮ ਸਿਰਫ ਇੰਨਾ ਹੀ ਹੈ ਕਿ ਅਸੀਂ ਰਾਖੀ ਕਰਨੀ ਹੈ, ਠੀਕ ਆ, ਆਪਾਂ ਮਸਤ ਆ। ਉਦੋਂ ਅਵੇਸਲੇ ਹੋ ਗਏ। ਕੁਝ ਸਦੀਆਂ ਹੋਰ ਨਿਕਲੀਆਂ ਅਤੇ ਜਿਹੜਾ ਬ੍ਰਾਹਮਣ ਹੈ, ਕਿਉਂਕਿ ਜਿਹਦੇ ਹੱਥ 'ਚ ਪਾਵਰ ਹੋਊਗੀ ਨਾ, ਉਹ ਸਮਾਂ ਪਾ ਕੇ ਸਟਰੋਂਗ ਹੁੰਦਾ ਜਾਊਗਾ। ਹੁਣ ਜਿਹੜਾ ਉਹ ਬ੍ਰਾਹਮਣ ਹੈ ਜਿਹਦੇ ਹੱਥ 'ਚ ਤੁਸੀਂ ਪਾਵਰ ਦੇ ਦਿੱਤੀ, ਇੰਨੀਆਂ ਸਦੀਆਂ ਹੋ ਗਈਆਂ, ਅਵੇਸਲੇ ਹੋ ਗਏ, ਹੁਣ ਉਹਨੇ ਆਪਣੀ ਮਨਮਰਜ਼ੀ 'ਚ ਕਰਨੀ ਸ਼ੁਰੂ ਕੀਤੀ। ਉਦੋਂ ਲੋਕ ਭੋਲੇ ਭਾਲੇ ਹੋ ਗਏ। ਖੈਰ, ਹੁਣ ਜਦੋਂ ਉਹਨੇ ਆਪਣੀ ਮਨਮਰਜ਼ੀ ਕਰਕੇ ਔਰ ਸ਼ੂਦਰਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕੀਤਾ, ਤਾਂ ਹਰ ਕੌਮ ਇੰਨੀ ਖੁਸ਼ ਨਸੀਬ ਨਹੀਂ ਹੁੰਦੀ ਕਿ ਉਹਦੇ ਹਿੱਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਪੈਗੰਬਰ ਆ ਜਾਏ, ਜਿਹੜਾ ਚਿੜੀਆਂ ਨੂੰ ਬਾਜ ਨਾਲ ਲੜਨ ਦਾ ਗੁਰ ਸਿਖਾ ਜਾਏ। ਇੰਨੀ ਖੁਸ਼ਕਿਸਮਤੀ ਹਰ ਕੌਮ ਦੇ ਵਿੱਚ ਨਹੀਂ ਹੁੰਦੀ। ਜਦੋਂ ਬ੍ਰਾਹਮਣ ਇੰਨਾ ਪਾਵਰਫੁਲ ਹੋ ਗਿਆ ਤੇ ਉਹਦੇ ਅੱਗੇ ਆਵਾਜ਼ ਚੁੱਕਣ ਵਾਲਾ ਕੌਣ ਸੀ? ਕੋਈ ਆਵਾਜ਼ ਉਹਦੇ ਅੱਗੇ ਚੁੱਕ ਨਹੀਂ ਸੀ ਸਕਦਾ। ਇੱਥੋਂ ਤੱਕ ਕਿ ਉਹ ਰਾਜਿਆਂ ਦੀ ਗੱਦੀ ਦਾ ਫੈਸਲਾ ਵੀ ਆਪ ਕਰਨ ਲੱਗ ਗਿਆ। ਇਸ ਦਾ ਇੱਕ ਸਭ ਤੋਂ ਜਿਹੜਾ ਇੰਪੋਰਟੈਂਟ ਐਗਜ਼ਾਮਪਲ ਹੈ, ਉਹ ਚਾਣਕਿਆ ਵੱਲੋਂ ਚੰਦਰਗੁਪਤ ਮੌਰਿਆ ਨੂੰ ਗੱਦੀ ਨਸ਼ੀਨ ਕਰਨ ਦਾ ਹੈ। ਇੱਕ ਹਿਸਟੋਰੀਕਲ ਫੈਕਟ ਸਾਡੇ ਕੋਲ ਆ। ਕਿਉਂ ਹੋਇਆ, ਕਿਵੇਂ ਹੋਇਆ, ਚੰਦਰਗੁਪਤ ਮੌਰਿਆ ਕੌਣ ਸੀ, ਚਾਣਕਿਆ ਕੌਣ ਸੀ, ਉਹ ਇਸ ਟਾਈਮ ਦੇ ਉੱਤੇ ਮੇਰਾ ਵਿਸ਼ਾ ਨਹੀਂ, ਕਿਉਂਕਿ ਉਹਦੇ ਨਾਲ ਡਿਸਕਸ਼ਨ ਬਹੁਤ ਲੰਬੀ ਹੋ ਜੂਗੀ। ਮੈਂ ਇਹ ਕੋਟ ਸਿਰਫ ਇਸ ਲਈ ਕਰ ਰਹੀ ਹਾਂ ਕਿ ਤੁਹਾਨੂੰ ਬ੍ਰਾਹਮਣ ਦੀ ਹੱਥ ਦੇ ਵਿੱਚ ਆਈ ਜੋ ਤਾਕਤ ਸੀ, ਜੋ ਸ਼ਕਤੀ ਸੀ, ਸਿਰਫ ਉਹਦੇ ਬਾਰੇ ਜਾਣੂ ਕਰਾਉਣ ਨੂੰ ਕਿ ਉਹ ਕਿੰਨਾ ਪਾਵਰਫੁਲ ਹੋ ਗਿਆ, ਬ੍ਰਾਹਮਣ ਕਿੰਨਾ ਪਾਵਰਫੁਲ ਹੋ ਗਿਆ। ਕਿਸ ਤਰੀਕੇ ਨਾਲ ਉਸ ਬ੍ਰਾਹਮਣ ਨੇ ਆਪਣੀ ਤਾਕਤ ਦੇ ਥਰੂ ਇੱਕ ਬ੍ਰਾਹਮਣ, ਔਰ ਉਹਨੇ ਪੂਰੀ ਦੀ ਪੂਰੀ ਨੰਦਾ ਡਾਇਨੈਸਟੀ ਨੂੰ ਖ਼ਤਮ ਕਰਕੇ ਚੰਦਰਗੁਪਤ ਮੌਰਿਆ, ਜਿਹੜੀ ਮੌਰੀਅਨ ਡਾਇਨੈਸਟੀ ਦੀ ਨੀਂਹ ਰੱਖ ਦਿੱਤੀ, ਉਹ ਇੱਕ ਬ੍ਰਾਹਮਣ ਦੇ ਕੋਲੋਂ ਹੋਇਆ। ਹੁਣ ਜਦੋਂ ਕੋਈ ਇੰਨਾ ਜ਼ਿਆਦਾ ਪਾਵਰਫੁਲ ਹੋ ਜਾਊਗਾ ਤੇ ਉਹਦੇ ਖਿਲਾਫ ਬੋਲਣਾ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ।